ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦੇ ਨੀਂਹ ਪੱਥਰ ਰੱਖਣ ਤੋਂ ਬਾਅਦ ਪਈਆਂ ਅੜਚਣਾਂ ਦੇ ਚੱਲਦਿਆਂ ਲਗਾਤਾਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਟਰੱਸਟ ਦੇ ਆਗੂਆਂ ਅਤੇ ਢੀਂਡਸਾ ਪਰਿਵਾਰ ਵਿਰੁੱਧ ਲੱਗ ਰਹੇ ਦੋਸ਼ਾਂ ਦੇ ਵਿਰੋਧ ਵਜੋਂ ਅੱਜ ਮਸਤੂਆਣਾ ਸਾਹਿਬ ਵਿਖੇ ਅਕਾਲ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਹੋਰ ਟਰੱਸਟ ਮੈਂਬਰਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ, ਜਿਸ ਦੌਰਾਨ ਉਹਨਾਂ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਅਕਾਲ ਕੌਂਸਲ ਕਦੇ ਨਹੀਂ ਚਾਹੁੰਦੀ ਕਿ ਇਹ ਕਾਲਜ ਨਾ ਬਣੇ, ਬਲਕਿ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਵੀ ਕਰ ਚੁੱਕੇ ਹਾਂ ਕਿ ਜੇਕਰ ਤੁਸੀਂ ਕਾਲਜ ਬਣਾਉਣਾ ਹੀ ਹੈ ਤਾਂ ਝਗੜੇ ਵਾਲੀ ਜ਼ਮੀਨ ਨੂੰ ਛੱਡ ਕੇ ਅਸੀਂ ਟਰੱਸਟ ਦੀ ਜੋ 55 ਕਿੱਲੇ ਜ਼ਮੀਨ ਹੈ ਉਸ ਵਿੱਚੋਂ 25 ਕਿੱਲੇ ਆਪ ਜੀ ਨੂੰ ਸਪੁਰਦ ਕਰ ਦਿੰਦੇ ਹਾਂ, ਜਿਸ ਵਿੱਚ ਤੁਸੀਂ ਕਾਲਜ ਬਣਾ ਸਕਦੇ ਹੋ। ਅੱਜ ਦੀ ਪੀਸੀ ਇਸ ਮੁੱਦੇ ਨੂੰ ਲੈ ਕੇ ਅਸੀਂ ਕਰ ਰਹੇ ਹਾਂ। ਟਰੱਸਟ ਵੱਲੋਂ ਕੌਂਸਲ ਵੱਲੋਂ ਸਾਡੇ ਮੈਂਬਰ ਸਾਹਿਬਾਨ ਸਾਰੇ ਹਾਜ਼ਰ ਨੇ ਕਿ ਜਿਹੜਾ ਮੈਡੀਕਲ ਕਾਲਜ ਦਾ ਮੁੱਦਾ ਹੈ ਉਹਦੇ ਵਾਸਤੇ ਬਹੁਤ ਸਾਰਾ ਗਲਤਫਹਿਮੀਆਂ ਜਿਹੜੀਆਂ ਨੇ ਉਹਦੇ ਬਣਨ ਬਾਰੇ ਨੇ, ਜਿਹੜੀਆਂ ਮਸਤੂਆਣਾ ਸਾਹਿਬ ਬਣਨਾ ਸੀ ਜਿਹੜਾ ਮੈਡੀਕਲ ਕਾਲਜ ਉਹਦੇ ਬਾਰੇ ਬਹੁਤ ਸਾਰੀਆਂ ਗਲਤਫਹਿਮੀਆਂ ਜਿਹੜੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਦੇ ਵਿੱਚ ਅਸੀਂ ਆਪਦੇ ਕੌਂਸਲ ਅਤੇ ਟਰੱਸਟ ਦਾ ਜਿਹੜਾ ਪੱਖ ਹੈ ਉਹ ਅਸੀਂ ਸਾਰੇ ਪ੍ਰੈਸ ਦੇ ਸਾਹਮਣੇ, ਸਾਰੇ ਸੰਗਤ ਦੇ ਸਾਹਮਣੇ ਅਸੀਂ ਉਹ ਪੇਸ਼ ਕਰ ਰਹੇ ਹਾਂ। ਗੱਲ ਇਹ ਹੈ ਵੀ ਟਰੱਸਟ ਹੈ ਜਿਹੜਾ ਉਹ ਪਹਿਲੇ ਦਿਨ ਤੋਂ ਹੀ, ਜਿਸ ਦਿਨ 28 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਸਾਹਿਬ ਥਾਂ ਦੇਖ ਕੇ ਗਏ ਨੇ, ਉਸੇ ਦਿਨ ਤੋਂ ਹੀ ਮਤਲਬ ਕਿ ਇਹ ਕਾਲਜ ਹੈ ਜਿਹੜਾ ਉਹ ਬਣਾਉਣ ਦੇ ਹੱਕ ਦੇ ਵਿੱਚ ਹੈ ਤੇ ਸਰਕਾਰ ਨੂੰ ਹਰ ਤਰ੍ਹਾਂ ਦੀ ਪੇਸ਼ਕਸ਼ ਕਰ ਰਿਹਾ ਹੈ ਡੇ 1 ਤੋਂ। ਇਹਦੇ ਸੰਬੰਧ ਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ, ਪਰ ਜਿਹੜੀ ਇਹ ਜ਼ਮੀਨ ਦੇਖ ਕੇ ਗਏ ਸੀ ਡੀਸੀ ਸਾਹਿਬ, ਉਹਦੇ ਸਟੇਟਸ ਕੋ ਹੋਣ ਬਾਰੇ ਉਹਨਾਂ ਦੇ ਧਿਆਨ 'ਚ ਲਿਆਂਦਾ ਗਿਆ ਸੀ। ਤੇ ਦੂਸਰੀ ਹੈਗੀ ਕੋਈ ਨਹੀਂ ਉਹ ਡੇਟ ਹਾਂਜੀ ਹੁਣ ਮੈਨੂੰ ਆਂ ਤੁਸੀਂ ਵੀ ਤੁਸੀਂ ਆਪਣੇ ਵੱਲੋਂ ਕਹਿ ਰਹੇ ਹੋ ਵੀ ਇਹ ਜਿਹੜੀ ਜ਼ਮੀਨ ਇੱਥੇ ਕਾਲਜ ਬਣ ਸਕਦਾ। ਹਾਂਜੀ ਬਣ ਸਕਦਾ। ਠੀਕ ਹੈ ਸਰ, ਮਸਲਾ ਕੀ ਹੈਗਾ ਵੀ ਡਿਪਟੀ ਕਮਿਸ਼ਨਰ ਸੰਗਰੂਰ ਦਾ ਇਹ ਕਹਿਣਾ ਹੈਗਾ ਕਿ ਜਿਹੜੀ ਜ਼ਮੀਨ ਹੈਗੀ ਉਹ ਬਾਬਾ ਦਰਸ਼ਨ ਸਿੰਘ ਵੱਲੋਂ ਦਿੱਤੀ ਗਈ ਹੈਗੀ, ਤਾਂ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਬਾਬਾ ਦਰਸ਼ਨ ਸਿੰਘ ਵੱਲੋਂ ਕਿਸ ਆਧਾਰ ਤੇ ਜਿਹੜੀ ਜ਼ਮੀਨ ਸਰਕਾਰ ਨੂੰ ਦਿੱਤੀ ਗਈ? ਬਾਬਾ ਦਰਸ਼ਨ ਅਨਆਥੋਰਾਈਜ਼ਡ ਦੀ ਉਹਨਾਂ ਕੋਲੇ ਕੋਈ ਅਥਾਰਟੀ ਨਹੀਂ ਹੈਗੀ ਬਾਬਾ ਦਰਸ਼ਨ ਸਿੰਘ ਕੋਲੇ ਇਸ ਜ਼ਮੀਨ ਨੂੰ ਦੇਣ ਦੀ, ਕਿਉਂਕਿ ਇਹਦਾ ਜ਼ਮੀਨ ਦਾ ਜਿਹੜਾ ਕੇਸ ਹੈ ਉਹ ਟਰੱਸਟ ਲੜ ਰਿਹਾ ਹੈ। ਪਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਹੈਗਾ ਵੀ ਜਿਹੜਾ ਰੈਵਨਿਊ ਰਿਕਾਰਡ ਹੈ ਉਹ ਜ਼ਮੀਨ ਦਾ ਕਲੀਅਰ ਹੈ, ਪਰ ਤੁਸੀਂ ਕਹਿ ਰਹੇ ਹੋ ਕਿ ਹਾਈ ਕੋਰਟ ਦੀ ਸਟੇ ਹੈ ਉਹਦੇ ਉੱਪਰ। ਕਲੀਅਰ ਹੈਗਾ, ਕਲੀਅਰ ਨਹੀਂ ਹੈਗਾ। ਡਿਪਟੀ ਕਮਿਸ਼ਨਰ ਸਾਹਿਬ, ਵੈਸੇ ਤਾਂ ਇਹ ਕੋਈ ਬਹਾਨਾ ਨਹੀਂ ਹੁੰਦਾ ਹੈਗਾ। ਤੁਸੀਂ ਕੱਲ ਨੂੰ ਕਿਸੇ ਨਾਕੇ ਤੇ ਫਸ ਜਾਓ, ਤੁਸੀਂ ਕਹਿਣ ਨੂੰ ਮੈਨੂੰ ਤਾਂ ਇਹਦੇ ਬਾਰੇ ਪਤਾ ਹੀ ਨਹੀਂ ਕਿ ਬੈਲਟ ਲਾਉਣਾ ਇੱਕ ਰੂਲ ਹੈ, ਮੇਰੇ ਕੋਲ ਤਾਂ ਕੋਈ ਨੋਟੀਫਿਕੇਸ਼ਨ ਆਇਆ ਨਹੀਂ ਹੈਗਾ। ਥੋੜਾ ਚਲਾਨ ਤਾਂ ਕੱਟੂਗਾ ਨਾ। ਜਦੋਂ ਡੀਸੀ ਸਾਹਿਬ ਨੂੰ ਅਸੀਂ ਸਾਰੇ ਪ੍ਰੋਸੈਸ ਸ਼ੁਰੂ ਹੋਣ ਤੋਂ ਪਹਿਲਾਂ ਰਿਟਨ 'ਚ ਧਿਆਨ 'ਚ ਲਿਆ ਚੁੱਕੇ ਹਾਂ, ਅਸੀਂ ਕੋਰਟ ਦੇ ਆਰਡਰ ਦੇ ਚੁੱਕੇ ਹਾਂ। ਡੀਸੀ ਸਾਹਿਬ ਇਸ ਤੋਂ ਬਰੀ ਨਹੀਂ ਹੋ ਸਕਦੇ ਇਹ ਇੰਨੀ ਚੀਜ਼ ਨਾਲ। ਦੂਸਰਾ, ਲੈਂਡ ਦਾ ਟਾਈਟਲ ਹੈ ਜਿਹੜਾ ਉਹ ਗੁਰਦੁਆਰਾ ਅੰਗੀਠਾ ਸਾਹਿਬ ਦੇ ਨਾਂ ਤੇ ਆ। ਗੁਰਦੁਆਰਾ ਅੰਗੀਠਾ ਸਾਹਿਬ ਤਾਂ ਉੱਥੇ ਰਜਿਸਟਰੀ ਕਰਾਉਣ ਨਹੀਂ ਨਾ ਗਿਆ। ਗੁਰਦੁਆਰਾ ਅੰਗੀਠਾ ਸਾਹਿਬ ਦਾ ਕਸਟੋਡੀਅਨ ਕੌਣ ਹੈ? ਟਰੱਸਟ। ਤੇ ਉਹਨਾਂ ਨੇ ਰਜਿਸਟਰੀ ਕਰਵਾਈ ਹੋਈ ਹੈ, ਹੁਣ ਉਹਨਾਂ ਦਾ ਨਾਮ ਉਹਨੇ ਰਜਿਸਟਰੀ ਦਿਖਾਈ ਹੈ। ਹਾਂ, ਰਜਿਸਟਰੀ ਕਰਵਾ ਲਈ ਨਾ, ਅੰਡਰ ਪ੍ਰੈਸ਼ਰ ਹੋਇਆ ਸਾਰਾ ਕੁਝ। ਕੀ ਤੁਸੀਂ ਕਹਿੰਦੇ ਵੀ ਉਹ ਰਜਿਸਟਰੀ ਗਲਤ ਹੋਈ ਆ? ਗਲਤ ਹੋਈ ਹੈ। ਦੇਖੋ ਸਰ, 5 ਅਗਸਤ ਤੋਂ ਜਿਹੜਾ ਇਹ ਮਾਮਲਾ ਐਲਾਨ ਕੀਤਾ ਹੋਇਆ ਹਾਂਜੀ ਹਾਂਜੀ। ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਮਸਤੂਆਣਾ ਸਾਹਿਬ ਦੇ ਵਿੱਚ ਆ ਕੇ ਇਲਜ਼ਾਮ ਲਗਾਏ ਨੇ ਢੀਂਡਸਾ ਸਾਹਿਬ ਦੇ ਉੱਪਰ, ਵੱਡੇ ਢੀਂਡਸਾ ਸਾਹਿਬ ਦੇ ਉੱਪਰ, ਕਿ ਵੀ ਹਾਂ ਇਹ ਜਾਣ ਕੇ ਰੁਕਾਵਟਾਂ ਲਾ ਰਹੇ ਨੇ। ਤਕਰੀਬਨ 1.5 ਮਹੀਨਾ ਹੋ ਗਿਆ ਪ੍ਰਦਰਸ਼ਨ ਚੱਲ ਰਹੇ ਨੇ, ਪਰ ਢੀਂਡਸਾ ਸਾਹਿਬ ਖੁਦ ਕੈਮਰੇ ਅੱਗੇ ਕਿਉਂ ਨਹੀਂ ਆ ਰਹੇ? ਅੱਜ ਵੀ ਕਿਉਂ ਨਹੀਂ ਆਏ ਹੋ? ਤੁਸੀਂ ਕਿਉਂ ਬੋਲ ਰਹੇ ਹੋ? ਢੀਂਡਸਾ ਸਾਹਿਬ ਦੀ ਦੇਖੋ ਦਿੱਲੀ ਨੇ ਉਹਨਾਂ ਦੀ ਸਿਹਤ ਥੋੜੀ ਠੀਕ ਨਾ ਹੋਣ ਕਾਰਨ ਢੀਂਡਸਾ ਸਾਹਿਬ ਨੇ ਕਰੀ ਆ D5 ਨਾਲ। ਉਹਨਾਂ ਨੇ ਬੜੀ 5-7 ਮਿੰਟਾਂ ਦੀ ਲੰਬੀ ਇੰਟਰਵਿਊ ਫੋਨ ਤੇ ਕੀਤੀ। ਗੱਲ ਕਰ ਰਹੇ ਹਾਂ, ਅਗਰ ਉਹਨਾਂ ਨੇ ਇੱਥੇ ਐਲਾਨ ਕੀਤਾ ਅੱਜ ਵੀ ਸਾਨੂੰ ਵੀ ਉਹ ਖੁਦ ਕਿਉਂ ਨਹੀਂ ਕੈਮਰੇ ਅੱਗੇ ਆ ਰਹੇ? ਇਲਜ਼ਾਮ ਤਾਂ ਉਹਨਾਂ ਦੇ ਉੱਪਰ ਲੱਗ ਰਹੇ ਨੇ, ਤੁਹਾਡੇ ਉੱਪਰ ਨਹੀਂ ਲੱਗ ਰਹੇ। ਨਹੀਂ, ਟਰੱਸਟ ਅਸੀਂ ਢੀਂਡਸਾ ਸਾਹਿਬ ਟਰੱਸਟ ਤੋਂ ਅਲੱਗ ਥੋੜੂ ਨੇ। ਉਹ ਢੀਂਡਸਾ ਸਾਹਿਬ ਤੇ ਬਤੌਰ ਚੇਅਰਮੈਨ ਟਰੱਸਟ ਲੱਗ ਰਹੇ ਨੇ, ਨਾ ਕਿ ਮੈਂ ਟਰੱਸਟ ਦਾ ਸੈਕਟਰੀ ਆ। ਸਰ, ਟਰੱਸਟ ਦਾ ਸਪੋਕਸਮੈਨ ਮੈਂ ਆ। ਤੁਸੀਂ ਹੈਗੇ ਸਰ, ਜੋ ਸੀਐਮ ਉਰੇ ਆ ਕੇ ਇਲਜ਼ਾਮ ਲਗਾ ਕੇ ਗਏ ਨੇ ਉਹ ਤਾਂ ਫਿਰ ਪੋਲੀਟੀਕਲ ਮੋਟੀਵੇਟਿਵ ਹੈ ਨਾ। ਉਹਦਾ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ? ਉਹਦਾ ਜਵਾਬ ਦਿੱਤਾ ਉਹਨਾਂ ਨੇ। ਢੀਂਡਸਾ ਸਾਹਿਬ ਨੇ, ਤੁਸੀਂ ਅਜੀਬ ਪਰਸੋਂ ਦਾ ਮੇਨ ਉਹਦੇ ਪੇਜ ਤੇ ਲੱਗੀ ਹੋਈ ਹੈ, ਉਸ ਤੋਂ ਅਗਲੇ ਦਿਨ ਲੋਕਲ ਪੇਜ ਤੇ ਲੱਗੀ ਹੋਈ ਹੈ D5 ਤੇ ਉਹਨਾਂ ਨੇ ਬੜਾ ਕਲੀਅਰ ਕੀਤਾ
ਢੀਂਡਸਾ ਸਾਹਿਬ ਨੇ ਵੀ ਆਖਿਆ ਤੇ ਜਦੋਂ ਵੀ ਉਹ ਆਉਣਗੇ ਤਾਂ ਉਹ ਵੀ ਇੱਥੇ ਪ੍ਰੈਸ ਕਾਨਫਰੰਸ ਦਾ ਕਲੀਅਰ ਕਰਨਗੇ, ਪਰ ਸਾਨੂੰ ਇਮੀਡੀਏਟਲੀ ਕਿਉਂਕਿ ਲੇਟ ਹੋਈ ਜਾਂਦੇ ਸੀ, ਇਸ ਲਈ ਉਹ ਕਹਿੰਦੇ ਵੀ ਤੁਸੀਂ ਫਿਲਹਾਲ ਆਪਦੇ ਲੈਵਲ ਤੇ ਕਰੋ, ਮੈਂ ਜਦੋਂ ਆ ਗਿਆ ਤਾਂ ਮੈਂ ਵੀ ਕਰੂੰਗਾ। ਉਹ ਚੰਡੀਗੜ੍ਹ ਤੋਂ ਕਰਨਗੇ ਪ੍ਰੈਸ ਕਾਨਫਰੰਸ, ਪਰ ਦੂਜੇ ਬੜੀ ਪਾਸੇ ਜਲਦੀ ਕਰ ਰਹੇ ਨੇ ਉਹ ਵੀ। ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਜ਼ਮੀਨ ਤੇ ਆਪਣਾ ਦਾਅਵਾ ਪੇਸ਼ ਕੀਤਾ ਜਾ ਰਿਹਾ ਹੈਗਾ। ਹਾਂ ਅਸੀਂ ਤਾਂ ਮੰਨਦੇ ਆ, ਪਰ ਉਹ ਸਟੇ ਹੋਇਆ ਨਾ ਸ਼੍ਰੋਮਣੀ ਕਮੇਟੀ। ਅਸੀਂ ਮੰਨਦੇ ਆ ਕਿ ਉਹ ਜ਼ਮੀਨ ਹੈ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਮੈਂ ਹੀ ਤਾਂ ਪੜ੍ਹਿਆ ਵੀ ਨੋਟੀਫਿਕੇਸ਼ਨ ਸ਼੍ਰੋਮਣੀ ਕਮੇਟੀ ਦੇ ਨਾਂ ਹੋਇਆ, ਪਰ ਅਸੀਂ ਸਟੇ ਲਈ ਹੈ, ਟਰਸਟ ਨੇ ਉਹ ਤੇ ਸਟੇਟਸ ਕੋ ਕਰਾਇਆ ਹੋਇਆ। ਖਹਿਰਾ ਸਾਹਿਬ, ਜਿਵੇਂ ਰਜਿਸਟਰੀ ਦੀ ਗੱਲ ਕੀਤੀ ਗਈ ਹੈ, ਕਿਉਂਕਿ ਜਿਹੜੀ ਜਦੋਂ ਵੀ ਕੋਈ ਸਟੇ ਹੁੰਦੀ ਹੈ ਉਹਨੂੰ ਬਕਾਇਦਾ ਉਸ ਫਰਦ ਤੇ ਨੋਟ ਕਰਵਾਉਣਾ ਹੁੰਦਾ ਹੈ, ਕੀ ਉਹ ਤੁਹਾਡੇ ਵੱਲੋਂ ਨੋਟ ਕਰਵਾਈ ਗਈ ਸੀ? ਉਹ ਅਸੀਂ ਨਹੀਂ ਸੀ ਨੋਟ ਕਰਾਉਣੀ, ਸਟੇ ਨਹੀਂ ਅਸੀਂ ਤਾਂ ਕਰਾਉਂਦੇ ਜੇ ਪਹਿਲਾਂ ਕੇਸ ਦੀ ਐਂਟਰੀ। ਇਹ ਮਿਸਟੇਕ ਹੋਈ ਹੈ, ਇਹ ਮੈਂ ਮੰਨਦਾ, ਇਹ ਮਿਸਟੇਕ ਹੋਈ ਹੈ ਇੱਕ ਪ੍ਰਸ਼ਾਸਨ ਵੱਲੋਂ ਵੀ ਲਾ ਲਓ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸਾਡੇ ਵੱਲੋਂ ਇੱਕ ਇਹ ਡਿਲੇ ਹੋਈ ਹੈ ਕਿ ਉਹਦਾ ਜਿਹੜਾ ਨੋਟੀਫਿਕੇਸ਼ਨ ਸੀ ਉੱਥੇ ਐਂਟਰ ਹੋਣਾ ਚਾਹੀਦਾ ਤੇ ਸਾਡੀ ਸਟੇ ਉੱਥੇ ਐਂਟਰ ਹੋਣੀ ਚਾਹੀਦੀ ਸੀ ਲੈਂਡ ਰਿਕਾਰਡ ਦੇ ਵਿੱਚ। ਪਰ ਸਟੇ ਹੋਣ ਤੋਂ ਪਹਿਲਾਂ ਤੁਸੀਂ ਡੀਸੀ ਸਾਹਿਬ ਨੂੰ ਦੱਸਤਾ ਇੱਕ ਮਿਸਟੇਕ ਹੈ। ਸਟੇ ਹੋਣ ਤੋਂ ਪਹਿਲਾਂ ਡੀਸੀ ਸਾਹਿਬ ਦੇ ਧਿਆਨ 'ਚ ਲਿਆਤੀ ਇਹ ਗੱਲ? ਆ ਮੈਂ ਕਹੀ ਜਾਣਾ 30 ਅਪ੍ਰੈਲ ਨੂੰ ਲਿਆਤੀ ਸੀ, ਇਸ ਰਿਟਨ 'ਚ 7 ਮਈ ਨੂੰ ਅਸੀਂ ਲਿਆਤੀ ਸੀ। ਖਹਿਰਾ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਅਸੀਂ 25 ਏਕੜ ਜਾਂ ਹੋਰ ਸਾਈਡ ਤੇ ਦੇਣ ਦੀ ਗੱਲ, ਜੇਕਰ ਅੱਜ ਵੀ ਕੋਈ ਤੁਹਾਡੇ ਨਾਲ ਮੀਟਿੰਗ ਵਗੈਰਾ ਬਹਿੰਦੀ ਹੈ, ਜਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਤੁਸੀਂ ਅੱਜ ਵੀ ਉਹ ਜਿਹੜੀ ਜਗ੍ਹਾ ਦੀ ਸਹਿਮਤੀ ਨਾਲ ਉਹ ਜਗ੍ਹਾ ਦੇ ਸਕਦੇ ਹੋ? ਅੱਜ ਵੀ ਅਸੀਂ ਉਸੇ ਸਹਿਮਤੀ ਤੇ ਸਟੈਂਡ ਕਰਦੇ ਹਾਂ, ਜਿਹੜੀ ਮਰਜ਼ੀ ਲੋਕੇਸ਼ਨ ਕਰਦਾ। ਅਸੀਂ ਕਿਤਾ ਬਣੀ ਬਣਾਈ ਬਿਲਡਿੰਗ ਦੇਣ ਨੂੰ ਤਿਆਰ ਆ, ਵੀ ਸੈਸ਼ਨ ਸ਼ੁਰੂ ਕਰੋ ਇਸੇ ਉਸ ਦੇ ਵਿੱਚੋਂ। ਹਾਂਜੀ ਇੱਕ ਸਰਕਾਰ ਸਾਰੇ ਇੱਕ ਬੰਦੇ ਨੂੰ ਗੱਲ ਕਰ ਦਿਓ, ਕੈਮਰੇ ਉੱਧਰ ਲੱਗੇ। ਇੱਕ ਸਰ ਇਹ ਪਤਾ ਕਰਨਾ ਸੀ ਵੀ ਜਿਹੜਾ ਮੁੱਖ ਮੰਤਰੀ ਵੱਲੋਂ ਟਰਸਟ ਦੇ ਇਲੈਕਸ਼ਨਾਂ ਦੇ ਉੱਪਰ ਵੀ ਸਵਾਲ ਉਠਾਏ ਗਏ ਨੇ ਕਿ ਲੰਮਾ ਸਮਾਂ ਹੋ ਗਿਆ, ਟਰਸਟ ਕਿੰਨਾ ਸਮਾਂ ਹੋ ਗਿਆ ਸਰ? ਟਰਸਟ ਦੀ ਕਦੇ ਕੋਈ ਇਲੈਕਸ਼ਨ ਨਹੀਂ ਹੋਈ, ਮੁੱਖ ਮੰਤਰੀ ਸਾਹਿਬ ਨੇ ਕੋਈ ਸਵਾਲ ਨਹੀਂ ਉਠਾਇਆ। ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਤੇ ਉਠਾਇਆ ਉਹਨਾਂ ਨੇ, ਨਹੀਂ ਉਠਾਇਆ। ਇੱਕ ਗੋਲਕਾ ਵਾਲਾ ਮੁੱਦਾ ਉਹਨਾਂ ਨੇ ਕਿਹਾ ਵੀ ਗੋਲਕਾ ਚੱਕੇ ਜਾਣ। ਉਹ ਸ਼੍ਰੋਮਣੀ ਅੱਜ ਉਹ ਇਲੈਕਸ਼ਨ ਆ, ਉਹਨਾਂ ਨੇ ਜਿਹੜੀ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੇ ਵਿੱਚ ਗੋਲਕਾਂ ਤੇ ਉਹਨਾਂ ਨੇ ਉਠਾਇਆ, ਉਹਦੇ ਵਿੱਚ ਉਹਨਾਂ ਨੇ ਇਲੈਕਸ਼ਨ ਵੀ ਉਠਾਇਆ ਸ਼੍ਰੋਮਣੀ ਕਮੇਟੀ ਨੇ। ਮੈਨੂੰ ਤਾਂ ਪਤਾ ਨਹੀਂ ਵੀ ਇਹ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਦੇ ਅਣਜਾਣਾ ਜਿਹੇ ਵਾਲੇ ਮਤਲਬ ਕਿਵੇਂ ਉਹ ਬਿਆਨ ਦੇ ਜਾਂਦੇ ਨੇ, ਕੁਝ ਨਹੀਂ ਉਠਾਇਆ। ਸਾਡੀ ਮੈਂ ਇਲੈਕਸ਼ਨ ਬਾਰੇ ਵੀ ਕਹਿੰਦਾ, ਟਰਸਟ ਦੀ ਇਲੈਕਸ਼ਨ ਇਹ ਕਦੇ ਟਰਸਟ ਦੀ ਇਲੈਕਸ਼ਨ ਨਹੀਂ ਹੁੰਦੀ, ਸਾਡੇ ਕੁਝ ਮੈਂਬਰਾਂ ਦੀ ਇਲੈਕਸ਼ਨ ਹੁੰਦੀ ਹੈ ਕੌਂਸਲ ਦੇ ਦੀ। ਖਹਿਰਾ ਸਾਹਿਬ ਜੇਕਰ ਆਪਾਂ ਜ਼ਮੀਨ ਦੇਣ ਨੂੰ ਤਿਆਰ ਆ, ਫਿਰ ਬਾਹਰ ਕੀ ਹੈ? ਬਾਹਰ ਤੋਂ ਇਹ ਬਾਹਰ ਸਾਰੇ ਗੁੰਮਰਾਹ ਕੀਤੇ ਹੋਏ ਲੋਕ ਨੇ ਜੀ, ਪੇਡ ਬੰਦੇ ਨੇ ਇਹ ਸਾਰੇ। ਇਹਨਾਂ ਨੂੰ ਸਵੇਰੇ ਮਤਲਬ ਕਿ ਕੋਈ ਨਾ ਕੋਈ ਇਹਨਾਂ ਦੀ ਉਸ ਚ ਮਤਲਬ ਕਿ ਲੱਗੇ, ਤੁਸੀਂ ਦੇਖ ਲਓ ਬੰਦੇ ਸਾਰੇ ਦਿਹਾੜੀਦਾਰ ਬੰਦੇ ਨੇ ਜੀ, ਪੇਡ ਬੰਦੇ ਨੇ ਸਾਰੇ। ਖਹਿਰਾ ਸਾਹਿਬ, ਜੇਕਰ ਗੱਲ ਕੀਤੀ ਜਾਵੇ ਜਿਵੇਂ ਸੋਸ਼ਲ ਮੀਡੀਆ ਤੇ ਸਾਰਾ ਪ੍ਰਚਾਰ ਹੋ ਰਿਹਾ ਟਰਸਟ ਦੇ ਖਿਲਾਫ ਜਾਂ ਸ਼੍ਰੋਮਣੀ ਕਮੇਟੀ ਦੇ ਖਿਲਾਫ, ਤਾਂ ਤੁਹਾਡੇ ਵੱਲੋਂ ਕੋਈ ਇਦਾਂ ਕਦਮ ਕਿਉਂ ਨਹੀਂ ਚੁੱਕਿਆ ਗਿਆ? ਕਿਉਂਕਿ ਲੋਕਾਂ ਦੇ ਵਿੱਚ ਗੱਲ ਨਹੀਂ ਗਈ ਹੈਗੀ ਕਿ ਤੁਸੀਂ ਜਗ੍ਹਾ ਦੇਣ ਨੂੰ ਤਿਆਰ ਹੋ। ਅਸੀਂ ਮਤਲਬ ਕਿ ਵਿਸ਼ਵਾਸ ਕੀਤਾ ਸੀ ਸਰਕਾਰ ਤੇ ਪ੍ਰਸ਼ਾਸਨ ਤੇ ਵੀ ਸਾਡੀਆਂ ਜਿਹੜੀਆਂ, ਕਿਉਂਕਿ ਅਸੀਂ ਸੱਚੀ ਨੀਤ ਨਾਲ ਕੀਤਾ ਸੀ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਸੰਤ ਅਤਰ ਸਿੰਘ ਦੀ ਧਰਤੀ ਤੇ ਬੈਠੇ ਆ, ਬਿਲਕੁਲ ਸੱਚੀ ਮਨ ਨਾਲ। ਅਸੀਂ ਅੱਜ ਵੀ ਚਾਹੁੰਦੇ, ਉਦਨੇ ਵੀ ਚਾਹੁੰਦੇ ਸੀ ਕਿ ਸਾਡੇ ਇੱਥੇ, ਸਾਨੂੰ ਤਾਂ ਇੰਨੀ ਖੁਸ਼ੀ ਸੀ ਵੀ ਸਾਡਾ ਪੈਰ ਹੇਠਾਂ ਨਹੀਂ ਸੀ ਲੱਗ ਰਿਹਾ ਕਿ ਇੱਥੇ ਮੈਡੀਕਲ ਕਾਲਜ ਬਣਦਾ, ਤਾਂ ਸਾਨੂੰ ਕਿੰਨੀ ਖੁਸ਼ੀ ਆ। ਸਾਡੇ ਕੋਲ 10 ਕਾਲਜ ਪਹਿਲਾਂ ਨੇ ਤੇ ਸਾਡਾ 11ਵਾਂ ਕਾਲਜ ਇਹ ਜੁੜ ਜੂਗਾ, ਸਾਨੂੰ ਤਾਂ ਬਹੁਤ ਵਧੀਆ। ਅਸੀਂ ਹੁਣ ਫਾਰਮੇਸੀ ਦੇ ਬੱਚੇ ਨੇ, ਅਸੀਂ ਤਾਂ ਇੰਟਰਨਸ਼ਿਪ ਇੱਥੇ ਸੰਗਰੂਰ ਲਾਉਣ ਤੋਰਦੇ ਆ, ਕਿਤੇ ਪਟਿਆਲੇ ਲਾਉਣ ਤੋਰਦੇ ਆ, ਰਜਿੰਦਰਾ ਦੇ ਵਿੱਚ ਸਾਡੀ ਇੰਟਰਨਸ਼ਿਪ ਇੱਥੇ ਹੀ ਲੱਗ ਜਾਣੀ ਸੀ ਕਿੱਥੇ। ਸਾਨੂੰ ਤਾਂ ਬਹੁਤ ਖੁਸ਼ੀ ਸੀ, ਪਰ ਸਾਨੂੰ ਵਿਸ਼ਵਾਸ ਸੀ। ਇਹ ਤਾਂ ਹੁਣ ਜਦੋਂ ਬੇਹੂਦਾ ਮਤਲਬ ਕਿ ਇਲਜ਼ਾਮ ਸ਼ੁਰੂ ਹੋਏ ਤਾਂ ਅਸੀਂ ਫੇਰ ਬੋਲਣ ਲਈ ਮਜਬੂਰ ਹੋਏ ਜਦੋਂ ਸਾਨੂੰ ਇਹ ਮਤਲਬ ਪਤਾ ਲੱਗਿਆ ਵੀ ਇਹ ਮਸਤੂਆਣਾ ਕਾਲਜ ਸ਼ਿਫਟ ਕੀਤਾ ਜਾ ਰਿਹਾ। ਅਸੀਂ ਮਤਲਬ ਕਿ ਕਿਸੇ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੁੰਦੇ ਸੀ। ਜਦੋਂ ਡੀਸੀ ਸਾਹਿਬ ਨੇ ਕਹਿਤਾ ਨਹੀਂ ਉੱਥੇ ਹੀ ਬਣਾਵਾਂਗੇ, ਅਸੀਂ ਚੁੱਪ ਕਰ ਗਏ ਸੀ। ਸਾਨੂੰ ਤਾਂ ਜੇ ਉੱਥੇ ਵੀ ਬਣਦਾ ਸਾਨੂੰ ਉੱਥੇ ਵੀ ਕੋਈ ਇਤਰਾਜ਼ ਨਹੀਂ। ਤੁਸੀਂ ਪਰ ਉੱਥੇ ਬਣਾਉਣਾ ਕਾਲਜ ਉੱਥੇ ਬਣਾ ਲੈਣ, ਜਿੱਥੇ ਮਰਜ਼ੀ ਬਣਾ ਲੈਣ। ਅਸੀਂ ਕਿਤੇ ਕੋਈ ਸਟੇ ਦੇ ਵਿੱਚ ਕਿਤੇ ਨਹੀਂ ਗਿਆ, ਟਰਸਟ ਨਹੀਂ ਗਿਆ ਹੈਗਾ ਕਾਲਜ ਦੇ ਅਗੇਂਸਟ ਕਦੇ ਵੀ, ਨਾ ਕਿਸੇ ਦਫ਼ਤਰ 'ਚ ਨਾ ਕਿਸੇ ਕੋਰਟ ਦੇ ਵਿੱਚ। ਸਿੰਗਲ ਵੀ ਕੋਈ ਪ੍ਰੂਫ ਦੇ ਦੇ ਕਿ ਅਸੀਂ ਕਾਲਜ ਨੂੰ ਰੋਕਣ ਲਈ ਕਿਤੇ ਸਟੇ ਪਾਈ ਹੈ, ਕਿਸੇ ਵੀ ਕੋਰਟ 'ਚ ਪਾਈ ਹੈ, ਕਿਸੇ ਵੀ ਦਫ਼ਤਰ 'ਚ ਪਾਈ ਹੈ, ਤਾਂ ਅਸੀਂ ਸਾਡਾ ਸਿਰ ਸੁੱਟੀਆਂ ਜਿੱਤੀਆਂ। ਕਿ ਜਿਸ ਤਰ੍ਹਾਂ ਸਰ ਜਿਵੇਂ ਸ਼੍ਰੋਮਣੀ ਕਮੇਟੀ ਨੇ ਕਿਹਾ ਗੱਲ ਹੋ ਰਹੀ ਹੈ, ਉਹ ਕਿੱਥੇ ਹੈ ਜ਼ਮੀਨ ਜਿਹੜੀ ਰੋਡ ਦੇ ਵਿੱਚ ਵੀ ਪਤਾ ਲੱਗਿਆ ਵੀ ਕੋਈ ਜ਼ਮੀਨ ਆਈ ਹੈ, ਕੀ ਹੈਗੀ ਆ ਉਹ ਜ਼ਮੀਨ ਜਿਹੜੀ ਤੁਸੀਂ? ਉਹ ਬਿਲਕੁਲ ਸਾਹਮਣੇ ਇਹੀ ਜ਼ਮੀਨ ਹੈ ਜੀ। ਉਹਦਾ ਕੋਈ ਤੁਹਾਨੂੰ ਠੇਕਾ ਆਇਆ ਹੀ? ਉਹਦਾ ਆਪਣਾ ਮੁਆਵਜ਼ਾ ਆਇਆ? ਉਹ ਮੁਆਵਜ਼ਾ ਤਾਂ ਨਹੀਂ ਆਇਆ ਕਿ ਉਹਦੀ ਮਾਲਕੀ ਹੈ ਜਿਹੜੀ, ਉਹ ਮਾਲ ਸਰਕਾਰ ਜ਼ਮੀਨ ਹੈ। ਮਹਾਰਾਜਾ ਰਪਦਮਨ ਸਿੰਘ ਨਾਭਾ ਨੇ 1920 ਦੇ ਵਿੱਚ ਜਦੋਂ ਇਸ ਕਾਲਜ ਜਿੱਥੇ ਆਪਾਂ ਬੈਠੇ ਆ, ਇਹ ਉਹੀ ਕਾਲਜ ਹੈ ਜਿਹੜਾ ਸੰਤ ਅਤਰ ਸਿੰਘ ਜੀ ਨੇ 1920 ਦੇ ਵਿੱਚ ਸ਼ੁਰੂ ਕੀਤਾ ਸੀ, ਸਭ ਤੋਂ ਪਹਿਲੀ ਇੰਸਟੀਚਿਊਸ਼ਨ ਮਸਤੂਆਣਾ ਸਾਹਿਬ ਦੀ। ਤੇ ਦੂਸਰਾ ਮਹਾਰਾਜਾ ਰਪਦਮਨ ਸਿੰਘ ਤੋਂ ਸੰਤ ਜੀ ਨੇ ਉਹਨਾਂ ਦਾ ਉਦਘਾਟਨ ਕਰਾਇਆ ਸੀ ਇਸ ਕਾਲਜ ਦਾ।
ਤੇ ਉਹ ਸੰਤ ਜੀ ਦੇ ਐਜੂਕੇਸ਼ਨ ਪ੍ਰਤੀ ਮਤਲਬ ਇਸ ਤਰ੍ਹਾਂ ਦੇ ਉਪਰਾਲਿਆਂ ਤੋਂ ਖੁਸ਼ ਹੋ ਕੇ ਉਹਨੇ 70 ਏਕੜ ਲੈਂਡ ਜ਼ਮੀਨ ਹੈ ਜਿਹੜੀ ਮਹਾਰਾਜਾ ਨਾਭਾ ਨੇ ਉਹ ਇਸ ਕਾਲਜ ਦੇ ਨਾਂ ਨੂੰ ਵਰਤਣ ਨੂੰ ਦੇਤੀ ਸੀ। ਨੌ ਮਾਲਕੀ ਹੈ ਜਿਹੜੀ ਉਹ ਸਰਕਾਰ ਦੀ ਰਹੀ ਸੀ, ਮਾਲਕੀ ਅੱਜ ਵੀ ਸਰਕਾਰ ਦੀ ਹੈ। ਇਸੇ ਕਰਕੇ ਉਹ ਸਾਨੂੰ ਪੈਸੇ ਨਹੀਂ ਮਿਲੇ, ਕਿਉਂਕਿ ਮਾਲਕ ਸਰਕਾਰ ਜਿਹੜੀ ਜਿੱਥੇ ਮਾਲਕੀ ਸਰਕਾਰ ਦੀ ਹੈ, ਪੋਜੈਸ਼ਨ ਸਾਡਾ ਡਿਗਰੀ ਕਾਲਜ ਦਾ ਉਹ ਕਾਸ਼ਤਕਾਰਖਾਨੇ ਦੇ ਵਿੱਚ ਅਕਾਲ ਡਿਗਰੀ ਕਾਲਜ ਹੈ, ਅਕਾਲ ਡਿਗਰੀ ਕਾਲਜ ਹੀ ਉਹਦੇ ਨਾਂ ਤੇ ਮਤਲਬ ਚੱਲ ਰਹੀ ਹੈ। ਪਰ ਮਾਲਕੀ ਸਰਕਾਰ ਹੋਣ ਕਰਕੇ ਸਾਨੂੰ ਜਿਹੜਾ ਰੋਡ ਦੇ ਵਿੱਚ ਜਿੰਨਾ ਕੁ ਥਾਂ ਆਇਆ ਸੀ ਉਹ ਸਾਨੂੰ ਨਹੀਂ ਮਿਲੇ। ਨਾਲ ਦੇ ਜਿਹੜੀ ਸਾਡੇ ਨਾਂ ਤੇ ਸੀ ਉਹਦਾ ਸਾਨੂੰ 40 ਲੱਖ ਰੁਪਇਆ ਮਿਲਿਆ। ਸਰ ਇੱਕ ਸਵਾਲ ਆ, ਦੇਖੋ ਤੁਹਾਡੇ ਵੱਲੋਂ ਤੁਸੀਂ ਖੁਦ ਕਹਿੰਦੇ ਕਿ ਹਾਂ ਅਗਰ ਉਸ ਜਗ੍ਹਾ ਦੇ ਉੱਪਰ ਜ਼ਮੀਨ ਬਣਦੀ ਆ ਹਾਂਜੀ ਹਾਂਜੀ ਤਾਂ ਤੁਸੀਂ ਅਲਾਉ ਕਰਦੇ ਹੋ? ਅਸੀਂ ਤਾਂ ਲੋਕ ਕਰਦੇ ਹਾਂ, ਸਾਨੂੰ ਤਾਂ ਕੋਈ ਇਤਰਾਜ਼ ਹੀ ਨਹੀਂ ਉਸ ਹੈ। ਜਗ੍ਹਾ ਦਾ ਜੋ ਕੋਰਟ ਦੇ ਵਿੱਚ ਵਿਵਾਦ ਚੱਲ ਰਿਹਾ ਉਹ ਕੌਂਸਲ ਦਾ, ਤੁਹਾਡਾ, ਐਸਜੀਪੀਸੀ ਦਾ ਤੇ ਅੰਗੀਠਾ ਸਾਹਿਬ ਗੁਰਦੁਆਰਾ ਸਾਹਿਬ ਦਾ? ਨਾ ਅੰਗੀਠਾ ਸਾਹਿਬ ਤਾਂ ਸਾਡਾ ਹੀ ਆ। ਸਾਡਾ ਤੇ ਸ਼੍ਰੋਮਣੀ ਕਮੇਟੀ ਦਾ ਡਿਸਪਿਊਟ ਹੈ, ਪਰ ਮੈਨੂੰ ਲੱਗਦਾ ਨਹੀਂ ਹੈਗਾ ਵੀ ਸ਼੍ਰੋਮਣੀ ਕਮੇਟੀ ਉਹ ਤੋਂ, ਕਿਉਂਕਿ ਵੈਸੇ ਮੈਂ ਤੁਹਾਨੂੰ ਲੱਗਦਾ ਕਿ ਅਗਰ ਤੁਸੀਂ ਵੀ ਅਲਾਉ ਕਰ ਰਹੇ ਹੋ, ਸ਼੍ਰੋਮਣੀ ਕਮੇਟੀ ਵੀ ਕਹਿ ਰਹੀ ਹੈ ਕਾਲਜ ਬਣਨਾ ਚਾਹੀਦਾ, ਵੀ ਉਸੇ ਜਗ੍ਹਾ ਤੇ ਸ਼੍ਰੋਮਣੀ ਕਮੇਟੀ ਇਹ ਕਹਿ ਰਹੀ ਹੈ ਨਾ ਵੀ ਉਸ ਜਗ੍ਹਾ ਤੇ ਡਿਸਪਿਊਟਡ ਲੈਂਡ ਤੇ ਨਹੀਂ ਬਣਨਾ ਚਾਹੀਦਾ, ਕਿਉਂਕਿ ਡਿਸਪਿਊਟਡ ਲੈਂਡ ਤੇ। ਪਰ ਮੈਂ ਤੁਹਾਨੂੰ ਇੱਕ ਪੁੱਛਦਾ ਵੀ ਕੱਲ ਨੂੰ ਇਹ ਸਾਡੀ ਸਟੇ ਖਤਮ ਹੋ ਜਾਂਦੀ ਹੈ ਤਾਂ ਵਟ ਵਿਲ ਬੀ ਦਾ ਸਟੇਟਸ ਆਫ ਦਿਸ ਲੈਂਡ? ਕੀ ਸਟੇਟਸ ਹੋਊਗਾ? ਮੈਂ ਡੀਸੀ ਸਾਹਿਬ ਨੂੰ ਇਹ ਵੀ ਕਿਹਾ ਕਿ ਤੁਹਾਡਾ ਸਰਕਾਰ ਦਾ ਬਣਿਆ ਬਣਾਇਆ ਕਾਲਜ ਜਿਹਦੇ ਸਾਡੀ ਸਟੇ ਖਤਮ ਕਰਤੀ ਕੋਰਟ ਨੇ, ਬਣਾਇਆ ਬਣਾਇਆ ਕਾਲਜ ਸ਼੍ਰੋਮਣੀ ਕਮੇਟੀ ਨੂੰ ਚਲਾ ਜਾਊਗਾ। ਨਹੀਂ ਜਦੋਂ ਕਿਸੇ ਹੋਰ ਇਹ ਨਹੀਂ ਨਾ ਹੋ ਸਕਦਾ ਕਿ ਜ਼ਮੀਨ ਦੀ ਮਾਲਕੀ ਕਿਸੇ ਹੋਰ ਦੀ ਹੈ ਤੇ ਉੱਪਰ ਬਿਲਡਿੰਗ ਕਿਸੇ ਹੋਰ ਦੀ ਹੈ, ਇਹ ਤਾਂ ਕਿਤੇ ਹੋਇਆ ਹੀ ਨਹੀਂ। ਸਰ ਕੀ ਸ਼੍ਰੋਮਣੀ ਨੰਬਰ 2 ਮੈਂ ਤੁਹਾਨੂੰ ਇੱਕ ਹੋਰ ਗੁਰਦੁਆਰਾ ਐਕਟ ਬਾਰੇ ਮੈਂ ਤੁਹਾਨੂੰ ਜਾਣੂ ਕਰਾਉਣਾ। ਅਸੀਂ ਕਿਉਂ ਜ਼ਮੀਨ ਕਾਲਜ ਵਾਲੀ ਆਫਰ ਕਰ ਰਹੇ ਹਾਂ? ਕਿਉਂਕਿ ਇੱਥੇ ਗੁਰਦੁਆਰਾ ਐਕਟ ਲਾਗੂ ਨਹੀਂ ਹੁੰਦਾ। ਗੁਰਦੁਆਰਾ ਐਕਟ ਦੇ ਤਹਿਤ ਜਿੱਥੇ ਵੀ ਗੁਰਦੁਆਰਾ ਸਾਹਿਬ ਦੇ ਨਾਂ ਤੇ ਜਿਹੜੀ ਵੀ ਜ਼ਮੀਨ ਹੈ ਉਹ ਕਦੀ ਉਹਦੀ ਮਾਲਕੀ ਟ੍ਰਾਂਸਫਰ ਨਹੀਂ ਹੋ ਸਕਦੀ। ਸੈਕਸ਼ਨ 187 ਦੇ ਤਹਿਤ ਗੁਰਦੁਆਰਾ ਐਕਟ 1925 ਸੈਕਸ਼ਨ 187 ਦੇ ਤਹਿਤ ਉਹਦੀ ਮਾਲਕੀ ਟ੍ਰਾਂਸਫਰ ਨਹੀਂ ਹੋ ਸਕਦੀ, ਨਾ ਅੱਜ ਤੱਕ ਹੋਈ ਹੈ। ਜਦੋਂ ਦੇ ਅੰਗਰੇਜ਼ਾਂ ਨੇ ਇਹ ਰੂਲ ਬਣਾਇਆ ਹੋਇਆ ਹੈ ਹਿੰਦੁਸਤਾਨ ਦੇ ਵਿੱਚ, ਈਵਨ ਕਿ ਪਾਕਿਸਤਾਨ ਦੇ ਵਿੱਚ ਵੀ ਅੱਜ ਤੱਕ ਕੋਈ ਟ੍ਰਾਂਸਫਰ ਨਹੀਂ ਹੋਈ ਗੁਰਦੁਆਰਾ, ਕਿਸੇ ਗੁਰਦੁਆਰੇ ਦੀ ਮਾਲਕੀ ਟ੍ਰਾਂਸਫਰ ਨਹੀਂ ਹੋਈ ਕਿਸੇ ਦੇ ਨਾਂ ਵੀ। ਉਹ ਸਿਰਫ ਜ਼ਮੀਨਾਂ ਲੀਜ਼ ਤੇ ਲੈਤੀਆਂ ਜਾਂਦੀਆਂ ਨੇ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਦੀ, ਨਨਕਾਣਾ ਸਾਹਿਬ ਪਾਕਿਸਤਾਨ ਦੀ 750 ਮੁਰੱਬਾ ਜ਼ਮੀਨ ਜੋ ਰਾਏ ਬਲਾਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਕਰਾਈ ਸੀ, ਉਹ ਅੱਜ ਵੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਹੈ। ਨਨਕਾਣਾ ਸਾਹਿਬ ਜਿੱਥੇ ਸ਼ਹਿਰ ਵਸਿਆ ਹੋਇਆ ਉਹ ਸਾਰੀ ਜ਼ਮੀਨ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਹੈ। ਤੇ ਉੱਥੋਂ ਦੇ ਜਿਹੜੇ ਨਨਕਾਣਾ ਸਾਹਿਬ ਦੇ ਜਿਹੜੇ ਸ਼ਹਿਰੀ ਸੀ, ਉੱਥੋਂ ਦੀ ਕਮੇਟੀ ਸੀ ਜਿਹੜੀ, ਉਹਨਾਂ ਨੇ ਕੇਸ ਲੜਿਆ ਪਾਕਿਸਤਾਨ ਦੇ ਸੁਪਰੀਮ ਕੋਰਟ ਤੱਕ, ਪਰ ਸਾਰੀਆਂ ਕੈਂਸਲ ਹੋਈਆਂ, ਸਾਰੇ ਉਹ ਹਾਰੇ ਤੇ ਸੁਪਰੀਮ ਕੋਰਟ ਨੇ ਰੱਦ ਕਰਕੇ ਮਾਲਕੀ ਹੈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਹੀ ਰੱਖੀ। ਹੁਣ ਸਰ ਜੀ ਕਾਲਜ ਬਦਲ ਕੇ ਸੇਮ ਕੇਸ ਮੈਂ ਤੁਹਾਨੂੰ ਦੱਸ ਦੇਣਾ, 16 ਮੈਡੀਕਲ ਕਾਲਜ ਅਨਾਉਂਸ ਕੀਤੇ ਸੀ ਇਸ ਬਜਟ ਸੈਸ਼ਨ ਦੇ ਵਿੱਚ। ਇੱਕ ਮੈਂ ਹੋਰ ਸੱਚ ਕਲੀਅਰ ਕਰਨੀ ਚਾਹੁੰਦਾ, ਮੁੱਖ ਮੰਤਰੀ ਸਾਹਿਬ ਇੱਕ ਇਹ ਗੱਲ ਕਹਿ ਕੇ ਗਏ ਸੀ ਕਿ ਤੁਹਾਨੂੰ ਯਾਦ ਹੋਣਾ ਕੈਮਰੇ ਵੀ ਤੁਹਾਡੇ ਨੇ ਉਸ ਦਿਨ ਜਿਸ ਦਿਨ ਮੈਂ ਨੀਂਹ ਪੱਥਰ ਰੱਖਿਆ ਸੀ, ਤਾਂ ਉਸ ਦਿਨ ਪਰਮਿੰਦਰ ਸਿੰਘ ਢੀਂਡਸਾ ਜੀ ਨੇ ਕਿਹਾ ਸੀ ਕਿ ਇਹ ਕਾਲਜ ਬਣਨਾ ਨਹੀਂ। ਉਹਨਾਂ ਦੇ ਫਿਰ ਕਹਿਣਾ ਸੀ ਕਿ ਐਕਚੁਅਲੀ ਉਹਨਾਂ ਨੂੰ ਪਤਾ ਸੀ ਕਿ ਅਸੀਂ ਬਣਨ ਨਹੀਂ ਦੇਣਾ। ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਾ ਵੀ ਉਹ ਐਕਚੁਅਲ 'ਚ ਗੱਲ ਕੀ ਸੀ। ਜਿਸ ਦਿਨ ਬਜਟ ਪੇਸ਼ ਹੋਇਆ ਤੁਹਾਨੂੰ ਪਤਾ ਹੋਊਗਾ ਕਿ ਉਸ ਬਜਟ ਦੇ ਬਾਰੇ ਆਪਦੇ ਵਿਊ ਲੈਣ ਲਈ ਚੰਡੀਗੜ੍ਹ ਇਹਨਾਂ ਦੇ ਘਰ ਪੱਤਰਕਾਰ ਸਾਹਿਬਾਨ ਗਏ, ਤਾਂ ਉਸ ਬਜਟ ਦੇ ਵਿੱਚ 16 ਮੈਡੀਕਲ ਕਾਲਜ ਆਪਣਾ ਸਰਕਾਰ ਨੇ ਅਨਾਉਂਸ ਕੀਤੇ ਸੀ ਕਿ ਅਸੀਂ ਇਸ ਚਾਲੂ ਸਾਲ ਦੇ ਵਿੱਚ ਇਸ ਬਜਟ ਸੈਸ਼ਨ ਦੇ ਵਿੱਚ 16 ਮੈਡੀਕਲ ਕਾਲਜ ਬਣਾਵਾਂਗੇ। ਪਰਮਿੰਦਰ ਜੀ ਨੇ ਹੋਰਨਾਂ ਨੁਕਤਿਆਂ ਤੇ ਵੀ ਜਵਾਬ ਦਿੱਤੇ ਵੀ ਤੁਹਾਡੇ ਇੰਨਾ ਜਿੰਨਾ ਤੁਸੀਂ ਇਹ ਤਜਵੀਜ਼ਾਂ ਪੇਸ਼ ਕਰਤੀਆਂ ਇਹਨਾਂ ਦਾ ਤੁਹਾਡੇ ਕੋਲ ਪੈਸਾ ਹੀ ਨਹੀਂ ਆਉਣਾ। ਪਰਮਿੰਦਰ ਜੀ ਨੇ ਇਹ ਗੱਲ ਸਭ ਤੋਂ ਪਹਿਲਾਂ ਨੋਟ ਕਰੀ ਸੀ ਕਿ ਇਸ ਦੀ GST ਵੀ ਨਹੀਂ ਆਉਣੀ ਤੁਹਾਨੂੰ ਸੈਂਟਰ ਤੋਂ, ਕਿਉਂਕਿ ਇਸ ਸਾਲ GST ਦਾ ਜਿਹੜਾ ਪਾਰਟ ਹੈ ਉਹ ਵੀ ਸਟੇਟਾਂ ਦਾ ਖਤਮ ਹੋ ਰਿਹਾ, ਤੇ ਤੁਸੀਂ ਇਹ ਪੇਸ਼ਕਸ਼ ਕਿਵੇਂ ਕਰਤੀਆਂ। ਫਿਰ ਮੈਡੀਕਲ ਕਾਲਜਾਂ ਤੇ ਉਹਨਾਂ ਨੇ ਆਖਿਆ ਕਿ 16 ਮੈਡੀਕਲ ਕਾਲਜ ਬਣਾਉਣ ਦੀ ਗੱਲ ਕਹਿ ਕੇ ਸਰਕਾਰ ਨੇ ਬਹੁਤ ਵੱਡੀ ਗੱਲ ਕੀਤੀ ਹੈ। ਜੇ 3 ਮੈਡੀਕਲ ਕਾਲਜ ਵੀ ਬਣ ਜਾਣ ਉਹ ਵੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੋਊਗੀ। ਇੱਥੇ ਤਾਂ ਸਟੇ ਆ ਗਈ। ਹੋਰ ਦੱਸੋ ਜੀ, ਬਾਕੀ 15 ਮੈਡੀਕਲ ਕਾਲਜਾਂ ਤੇ ਕਿੱਥੇ ਇੱਟ ਲੱਗੀ ਹੈ ਮੈਨੂੰ ਦੱਸੋ। ਕਪੂਰਥਲੇ, ਹੁਸ਼ਿਆਰਪੁਰ, ਨਵਾਂ ਸ਼ਹਿਰ, ਮਲੇਰਕੋਟਲਾ, ਮੋਹਾਲੀ। ਤੁਸੀਂ ਮੇਰੇ ਨਾਲ ਚੱਲੋ, ਅਸੀਂ ਬੱਸ ਭੇਜਾਂਗੇ। ਜੇ ਇੱਕ ਇੱਟ ਵੀ ਲੱਗੀ ਹੋਈ ਅਸੀਂ ਇੱਥੇ ਹੀ ਕਮਿਟ ਕਰ ਦਾਂਗੇ, ਅਸੀਂ ਇੱਥੇ ਹੀ ਮਲ ਕੇ ਮਲ ਉਹ ਕਰ ਲਾਂਗੇ। ਤੇ ਦੂਸਰਾ ਮੈਂ ਮਲੇਰਕੋਟਲੇ ਉਹਦੀ ਤੁਹਾਨੂੰ ਦੱਸਦਾ ਸਟੇਟਸ ਦੱਸਦਾ, ਮਲੇਰਕੋਟਲੇ ਕਾਲਜ ਦਾ ਕੀ ਸਟੇਟਸ ਹੈ।
ਮਲੇਰਕੋਟਲੇ ਕਾਲਜ ਦੀ ਜ਼ਮੀਨ ਹੈ ਜਿਹੜੀ ਇੱਕ ਪੁਜਾਰੀ ਤੋਂ, ਇੱਕ ਮੰਦਿਰ ਦੀ ਜ਼ਮੀਨ ਇੱਕ ਪੁਜਾਰੀ ਤੋਂ ਉਹ ਕਰਵਾ ਲਈ, ਰਜਿਸਟਰੀ ਕਰਵਾ ਲਈ। ਉੱਥੇ ਹਿੰਦੂ ਜਥੇਬੰਦੀਆਂ ਨੇ ਉਹਦੀ ਸਟੇ ਲੈ ਲਈ, ਕਿਉਂਕਿ ਮੰਦਿਰ ਦੀ ਜ਼ਮੀਨ ਵੀ ਨਹੀਂ ਟ੍ਰਾਂਸਫਰ ਹੋ ਸਕਦੀ, ਚਰਚ ਦੀ ਵੀ ਨਹੀਂ ਹੋ ਸਕਦੀ, ਮਸਜਿਦ ਦੀ ਵੀ ਨਹੀਂ ਹੋ ਸਕਦੀ। ਫਿਰ ਉਹਨਾਂ ਨੇ ਵਕਫ ਬੋਰਡ ਦੀ ਕਰਾ ਲਈ, ਉੱਥੇ ਮੁਸਲਮਾਨ ਜਥੇਬੰਦੀਆਂ ਨੇ ਸਟੇ ਲੈ ਲਈ। ਇਹ ਟ੍ਰਾਂਸਫਰ ਹੋ ਹੀ ਨਹੀਂ ਸਕਦੀ ਕਿਸੇ ਵੀ ਧਾਰਮਿਕ ਉਹਦੀ। ਸਰ ਜੀ ਸਰਕਾਰ ਕਾਲਜ ਬਦਲ ਕੇ ਕਿਤੇ ਹੋਰ ਲੈ ਕੇ ਜਾਂਦੀ ਹੈ ਤਾਂ ਟਰਸਟ ਦਾ ਕੀ ਰੁਖ ਹੋਵੇਗਾ? ਅਸੀਂ ਉਹਦੇ ਰਿਐਕਸ਼ਨ ਦਿਖਾਵਾਂਗੇ। ਅਸੀਂ ਮਤਲਬ ਕਿ ਅਸੀਂ ਸੰਗਤ ਦਾ ਸਹਿਯੋਗ ਲਾਵਾਂਗੇ ਵੀ ਨਹੀਂ ਜਾਣਾ ਚਾਹੀਦਾ। ਇਹ ਸੰਤ ਅਤਰ ਸਿੰਘ ਜੀ ਦੀ ਧਰਤੀ ਨਾਲ ਬਹੁਤ ਵੱਡਾ ਧੋਖਾ ਹੈ। ਸੰਤ ਅਤਰ ਸਿੰਘ ਜੀ ਦੇ ਨਾਂ ਤੇ ਬਹੁਤ ਵੱਡਾ ਇਹ ਇੱਕ ਫਰਾਡ ਹੋਊਗਾ। ਅਸੀਂ ਬੇਨਤੀ ਕਰਦੇ ਹਾਂ ਮੁੜ ਕਿ ਲਿਜਾਣ ਦੀ ਕਿਉਂ ਤੁਸੀਂ ਸੋਚ ਕਿਉਂ ਰਹੇ ਹੋ ਇੱਥੋਂ ਸ਼ਿਫਟ ਕਰਨ ਦੀ, ਜੋ ਤੁਹਾਨੂੰ ਇੰਨੀਆਂ ਜ਼ਮੀਨਾਂ। ਮੈਂ ਕਹਿੰਦਾ ਚਲੋ ਸਾਡੀ ਜ਼ਮੀਨ ਦੇ ਵਿੱਚ ਹੋ ਸਕਦਾ ਸਰਕਾਰ ਨੂੰ ਕੋਈ ਅਲਰਜੀ ਹੁੰਦੀ ਹੋਵੇ। 450 ਕਰੋੜ ਦਾ ਪ੍ਰੋਜੈਕਟ ਹੈ ਜੀ ਇਹ। 450 ਕਰੋੜ ਦੇ ਵਿੱਚ 25 ਏਕੜ ਇੱਥੇ ਨਾਲ ਹੀ ਜਿੱਥੇ ਇਹ ਨਹੀਂ ਪੱਥਰ ਰੱਖਿਆ ਇਹਦੇ ਨਾਲ ਬਿਲਕੁਲ 40 ਸਾਬਕਾ ਸਰਪੰਚ ਬੈਠੇ ਨੇ ਸਰਦਾਰ ਬਲਵੰਤ ਸਿੰਘ ਜੀ ਚੰਗਾਲ, ਇਹਨਾਂ ਦਾ ਪਿੰਡ ਚੰਗਾਲ ਹੈ। ਵੈਸੇ ਰੂਟੀਨ ਦੇ ਵਿੱਚ 30 ਲੱਖ ਦਾ ਹੈ, ਜਦੋਂ ਕਾਲਜ ਦੀ ਲਈ ਦੇ ਕੇ ਆਪਾਂ ਵੱਧ ਤੋਂ ਵੱਧ ਲਾ ਲਓ ਵੀ 50 ਲੱਖ ਦਾ ਕਿੱਲਾ ਜਿੰਨੇ ਮਰਜ਼ੀ ਲੈ ਲਓ, 12 ਕਰੋੜ ਹੀ ਬਣਦੀ ਹੈ ਨਾ। 12 ਕਰੋੜ ਦੀ ਜ਼ਮੀਨ 25 ਏਕੜ ਜ਼ਮੀਨ ਇਹਦੇ ਬਿਲਕੁਲ ਨਾਲ ਲੱਗਦੀ, ਜਿੰਨੀ ਮਰਜ਼ੀ ਲੈ ਲੇ ਸਰਕਾਰ। 450 ਕਰੋੜ ਦੇ ਵਿੱਚ 12 ਕਰੋੜ ਹੋਰ ਨਹੀਂ ਖਰਚ ਸਕਦੀ। ਫਿਰ ਇਹਦਾ ਮਤਲਬ ਸਰਕਾਰ ਦੀ ਨੀਤੀ ਨਹੀਂ ਹੈਗੀ ਬਣਾਉਣ ਦੀ। 55 ਏਕੜ ਉਹ ਕਿਉਂ ਨਹੀਂ ਲੈਂਦੇ? ਚਲੋ ਉਹ ਤਾਂ ਅਲਰਜੀ ਹੈ ਕਿਉਂਕਿ ਉਹ ਟਰਸਟ ਦੇ ਰਿਹਾ।